Good morning students. बेटे लाइब्रेरी रिसोर्सेज एंड आर्ट इन एजुकेशन सब्जेक्ट ਦਾ ਆਪਾਂ ਨੈਕਸਟ ਟੌਪਿਕ ਕਰਾਂਗੇ ਟੈਕਨੀਕਲ ਸੈਕਸ਼ਨ। ਜਿਵੇਂ ਲਾਇਬ੍ਰੇਰੀ ਪ੍ਰੋਸੀਜਰ ਦੇ ਵਿੱਚ ਕਈ ਸੈਕਸ਼ਨਸ ਨੇ, ਮੈਂ ਤੁਹਾਨੂੰ ਆਲਰੇਡੀ ਫਸਟ ਲੈਕਚਰ ਦੇ ਵਿੱਚ ਦੱਸਿਆ ਸੀਗਾ। ਜਿਹੜੇ ਲਾਇਬ੍ਰੇਰੀ ਪ੍ਰੋਸੀਜਰ ਨਾਲ ਆਪਾਂ ਲੈਕਚਰ ਫਸਟ ਕੀਤਾ ਸੀਗਾ ਉਸ ਦੇ ਵਿੱਚ ਦੱਸਿਆ ਸੀ ਕਿ ਕਈ ਸੈਕਸ਼ਨਸ ਨੇ ਜਿਹਦੇ ਲਾਇਬ੍ਰੇਰੀ ਨੂੰ ਜਿਹਦੇ ਵਿੱਚ ਡਿਵਾਈਡ ਕੀਤਾ ਗਿਆ, ਜਿਸ ਦੇ ਵਿੱਚੋਂ ਜੇ ਆਪਾਂ ਫਸਟ ਸੈਕਸ਼ਨ ਐਕੁਜੀਸ਼ਨ ਸੈਕਸ਼ਨ ਜਿਹੜਾ ਉਹ ਕਲੀਅਰ ਕਰ ਚੁੱਕੇ ਆ। ਹੁਣ ਸੈਕੰਡ ਸੈਕਸ਼ਨ ਟੈਕਨੀਕਲ ਸੈਕਸ਼ਨ ਉਸ ਦੀ ਆਪਾਂ ਗੱਲ ਕਰਾਂਗੇ, ਉਸ ਬਾਰੇ ਜਿਹੜਾ ਹੈ ਡਿਸਕਸ ਕਰਾਂਗੇ। ਟੈਕਨੀਕਲ ਸੈਕਸ਼ਨ ਵੀ ਕਹਿੰਦੇ ਲਾਇਬ੍ਰੇਰੀ ਦਾ ਧੁਰਾ ਮੰਨਿਆ ਜਾਂਦਾ ਹੈ। ਚਾਰੇ ਪਾਸੇ ਇਸ ਸੈਕਸ਼ਨ ਦੇ ਆਪਣੇ ਕੰਮ ਨੂੰ ਪਹੁੰਚਾਉਣਾ ਹੁੰਦਾ ਹੈ। ਇਸ ਸੈਕਸ਼ਨ ਦਾ ਮੇਨ ਮੋਟਿਵ ਕੀ ਹੁੰਦਾ ਹੈ ਕਿ ਇੱਕ ਕਿਤਾਬ ਨੂੰ ਐਕਸੈਸ਼ਨ ਸੈਕਸ਼ਨ ਦਾ ਜਿੱਥੇ ਕੰਮ ਹੁੰਦਾ ਹੈ ਕਿ ਇੱਕ ਕਿਤਾਬ ਨੂੰ ਪਰਚੇਜ਼ ਕਰਕੇ ਲਾਇਬ੍ਰੇਰੀ ਵਿੱਚ ਲਿਆਉਣਾ, ਤੇ ਟੈਕਨੀਕਲ ਸੈਕਸ਼ਨ ਦਾ ਕੰਮ ਹੈ ਕਿ ਲਾਇਬ੍ਰੇਰੀ ਦੇ ਵਿੱਚ ਕਿਤਾਬ ਨੂੰ ਆਉਣ ਤੋਂ ਬਾਅਦ ਯੂਜ਼ਰਸ ਤੱਕ ਪਹੁੰਚਾਉਣ ਲਈ ਉਸ ਦੀਆਂ ਥਾਵਾਂ ਤੇ ਪਹੁੰਚਾਉਣਾ, ਕਿ ਲਾਇਬ੍ਰੇਰੀ ਦੇ ਵਿੱਚ ਇੱਕ ਪਾਰਟਿਕੂਲਰ ਪਲੇਸ ਦੇ ਉੱਤੇ ਪਹੁੰਚਾਉਣਾ, ਬੁੱਕ ਨੂੰ ਪਹੁੰਚਾਉਣਾ ਜਾਂ ਮਟੀਰੀਅਲ ਨੂੰ ਪਹੁੰਚਾਉਣਾ ਟੈਕਨੀਕਲ ਸੈਕਸ਼ਨ ਦਾ ਕੰਮ ਹੈ। ਯਾਨੀ ਕਿ ਟੈਕਨੀਕਲ ਸੈਕਸ਼ਨ ਦਾ ਕੀ ਕੰਮ ਹੈ? ਟੈਕਨੀਕਲ ਸੈਕਸ਼ਨ ਦਾ ਕੰਮ ਹੈ ਕਿ ਜਦੋਂ ਲਾਇਬ੍ਰੇਰੀ ਦੇ ਵਿੱਚ ਮਟੀਰੀਅਲ ਆ ਗਿਆ ਤਾਂ ਉਸ ਮਟੀਰੀਅਲ ਨੂੰ ਉਸਦੇ ਪਾਰਟਿਕੂਲਰ ਪਲੇਸ ਦੇ ਉੱਤੇ ਪਹੁੰਚਦਾ ਕਰਨਾ, ਤਾਂ ਜੋ ਇੱਕ ਰੀਡਰ ਹੈ ਜਾਂ ਯੂਜ਼ਰ ਹੈ ਉਸਨੂੰ ਬੜੇ ਈਜ਼ੀਲੀ ਪ੍ਰਾਪਤ ਕਰ ਸਕੇ। ਠੀਕ ਹੈ, ਸਭ ਤੋਂ ਪਹਿਲਾ ਇਸ ਦਾ ਫਰਸਟ ਪੁਆਇੰਟ ਹੈ ਪ੍ਰੀਪਰੇਸ਼ਨ ਆਫ ਬੁੱਕਸ। ਪ੍ਰੀਪਰੇਸ਼ਨ ਬੁੱਕਸ ਨੂੰ ਪ੍ਰਿਪੇਅਰ ਕੀਤਾ ਜਾਂਦਾ ਹੈ। ਪ੍ਰਿਪੇਅਰ ਕਰਕੇ ਕੀ ਕੀਤਾ ਜਾਂਦਾ ਹੈ? ਬੁੱਕਸ ਦੀ ਸਭ ਤੋਂ ਪਹਿਲਾਂ ਪ੍ਰੀਪਰੇਸ਼ਨ ਕਿਵੇਂ ਕੀਤੀ ਜਾਂਦੀ ਹੈ? ਜੇ ਬੁੱਕ ਦੇ ਵਿੱਚ ਕੋਈ ਪੰਨੇ ਫਟੇ ਹੋਏ ਨੇ ਉਹਨਾਂ ਨੂੰ ਕੀ ਕੀਤਾ ਜਾਂਦਾ ਹੈ? ਪੰਨੇ ਫਟੇ ਹੋਏ ਮਤਲਬ ਇਨ ਦਾ ਸੈਂਸ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਕਿਸੇ ਸਕੇਲ ਦੀ ਮਦਦ ਨਾਲ ਜਾਂ ਕਿਸੇ ਤਿੱਖੀ ਚੀਜ਼ ਦੀ ਮਦਦ ਦੇ ਨਾਲ ਜਿਹੜਾ ਉਹਨਾਂ ਪੇਜਸ ਨੂੰ ਅਲੱਗ ਕੀਤਾ ਜਾਂਦਾ ਹੈ। ਫਿਰ ਉਸ ਦੀ ਜਲਦ ਨੂੰ ਦੇਖਿਆ ਜਾਂਦਾ ਹੈ ਕਿ ਜਲਦ ਸਹੀ ਹੈ, ਜਲਦੀ ਬਾਈਂਡਿੰਗ ਕੀਤੀ ਜਾਂਦੀ ਹੈ। ਫਿਰ ਉਸ ਤੋਂ ਇਲਾਵਾ ਜੇ ਗੱਲ ਕਰੀਏ ਉਸ ਦੇ ਉੱਤੇ ਇੱਕ ਸਲਿੱਪ ਪੇਸਟ ਕੀਤੀ ਜਾਂਦੀ ਹੈ ਬਾਹਰ ਜਿਹੜੇ ਪੇਜਸ ਦੇ ਉੱਤੇ। ਠੀਕ ਹੈ ਜੀ, ਉਸ ਤੋਂ ਬਾਅਦ ਲੇਬਲ ਲਗਾਇਆ ਜਾਂਦਾ ਹੈ। ਜੇ ਬੁੱਕ ਜਿਵੇਂ ਆਪਾਂ ਲਗਾਉਂਦੇ ਹਾਂ ਨਾ, ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਬੁੱਕ ਦੱਸਾਂ ਵੀ ਜੇ ਬੁੱਕ ਇਦਾਂ ਲੌਂਗ ਪੇਜ 'ਚ ਪਈ ਹੈ ਤਾਂ ਜਿਹੜੀ ਸਾਈਡ ਵਾਲੀ ਬਾਈਂਡਿੰਗ ਵਾਲੀ ਸਪੇਸ ਆ ਉਸ ਤੇ ਇੱਕ ਲੇਬਲ ਲਗਾ ਦਿੱਤਾ ਜਾਂਦਾ ਹੈ ਜਿਸ ਦੇ ਉੱਤੇ ਕਲਾਸ ਨੰਬਰ ਵਗੈਰਾ ਲਿਖਿਆ ਜਾਂਦਾ ਹੈ। ਠੀਕ ਹੈ, ਹੋਰ ਬੁੱਕਸ ਦੇ ਉੱਤੇ ਜਿਹੜੇ ਉਸ ਬੁੱਕ ਦੇ ਵਿੱਚ ਜੋ ਜੇਬ ਲਗਾਈ ਜਾਂਦੀ ਹੈ, ਪਾਕਟ ਲਗਾਈ ਜਾਂਦੀ ਹੈ ਛੋਟੀ ਜੀ ਬੁੱਕ ਦੇ ਜਿਲਦ ਪੇਜ ਦੇ ਉੱਤੇ, ਕਵਰ ਪੇਜ ਦੇ ਉੱਤੇ, ਉਸ ਪਾਕਟ ਦੇ ਵਿੱਚ ਕਾਰਡ ਵੀ ਪਾਇਆ ਜਾਂਦਾ ਹੈ ਜੋ ਕਲਾਸੀਫਿਕੇਸ਼ਨ ਦੇ ਨਾਲ ਰਿਲੇਟਡ ਕਾਰਡ ਹੁੰਦਾ ਹੈ। ਠੀਕ ਹੈ, ਉਸ ਬੁੱਕ ਦੀ ਜਿਹੜੀ ਸਾਰੀ ਪ੍ਰਿਪੇਰੇਸ਼ਨ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸਲਿੱਪ, ਲੇਬਲਿੰਗ, ਪਾਕਟ ਲਗਾਉਣਾ ਜਾਂ ਬੁੱਕ ਦੀ ਜਿਹੜੀ ਹੈ ਫਿਜ਼ੀਕਲ ਕੰਡੀਸ਼ਨ ਨੂੰ ਚੈੱਕ ਕਰਨਾ, ਉਹਨੂੰ ਠੀਕ ਕਰਨਾ, ਉਹ ਸਾਰਾ ਕੁਝ ਹੈ ਉਸ ਦੇ ਵਿੱਚ ਆਉਂਦਾ ਹੈ ਪ੍ਰਿਪੇਰੇਸ਼ਨ ਆਫ ਬੁੱਕਸ ਦੇ ਵਿੱਚ। ਠੀਕ ਹੈ ਬੇਟਾ ਜੀ, ਸੈਕਿੰਡ ਆ ਜਾਂਦਾ ਹੈ ਆਪਣਾ ਕਲਾਸੀਫਿਕੇਸ਼ਨ। ਹੁਣ ਕਲਾਸੀਫਿਕੇਸ਼ਨ ਕੀ ਹੈ? ਕਲਾਸੀਫਿਕੇਸ਼ਨ ਇੱਕ ਵਰਗੀਕਰਨ ਹੈ ਬੁੱਕਸ ਦਾ ਜਿਹੜਾ ਹੈ, ਜਿਹਨੂੰ ਆਪਾਂ ਵਰਗੀਕਰਨ ਕਹਿ ਦਿੰਦੇ ਆ। ਕਿਸ ਦੇ ਲਈ ਕੀਤਾ ਜਾਂਦਾ ਹੈ? ਕਹਿੰਦੇ ਬੁੱਕਸ ਨੂੰ ਸਿਸਟਮੈਟਿਕ ਆਰਡਰ ਦੇ ਵਿੱਚ ਰੱਖਣ ਦੇ ਲਈ ਕੁਝ ਜਿਹੜੀਆਂ ਨੇ ਸਕੀਮਾਂ, ਸਕੀਮਸ ਨੂੰ ਕਿਹਾ ਜਾਂਦਾ ਹੈ, ਕੁਝ ਜਿਹੜੇ ਅਰੇਂਜ ਜਿਹੜੇ ਬਣਾਈਆਂ ਹੋਈਆਂ ਸਾਡੇ ਲਾਜ਼ ਨੇ ਜਾਂ ਕਲਾਸੀਫਿਕੇਸ਼ਨ ਸਕੀਮਸ ਨੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ। ਉਹ ਕਿਹੜੀਆਂ ਨੇ? CCC, ਠੀਕ ਹੈ ਜੀ, ਕਾਲਮ ਕਲਾਸੀਫਿਕੇਸ਼ਨ, UDC, DDC, ਠੀਕ ਹੈ ਜੀ। ਇਹ ਵਾਲੀਆਂ ਕੁਝ ਸਕੀਮਸ ਨੇ ਜਿਹੜੀਆਂ ਸਪੈਸ਼ਲ ਲਾਇਬ੍ਰੇਰੀ ਨਾਲ ਰਿਲੇਟਡ ਨੇ। ਉਹਨਾਂ ਸਕੀਮਸ ਨੂੰ ਯੂਜ਼ ਕੀਤਾ ਜਾਂਦਾ ਹੈ ਕਾਸ ਦੇ ਲਈ? ਕਲਾਸੀਫਿਕੇਸ਼ਨ ਦੇ ਲਈ, ਵਰਗੀਕਰਨ ਦੇ ਲਈ। ਹੁਣ ਇਹ ਵਰਗੀਕਰਨ ਕਰਨ ਲੱਗੇ ਇੱਕ ਅਗਲੀ ਵਰਗੀਕਰਨ ਕੀ ਕੀਤਾ ਜਾਂਦਾ ਹੈ? ਇਸ ਦੇ ਦੁਆਰਾ ਕਾਲ ਨੰਬਰ ਬਣਾਇਆ ਜਾਂਦਾ ਹੈ। ਕਾਲ ਨੰਬਰ ਜਨਰੇਟ ਕੀਤਾ ਜਾਂਦਾ ਹੈ। ਕਾਲ ਨੰਬਰ ਦੇ ਵਿੱਚ ਹੁਣ ਕੀ ਕਿਹਾ ਜਾਂਦਾ ਹੈ? ਕਾਲ ਨੰਬਰ ਦੇ ਵਿੱਚ ਬੇਟੇ ਕਲਾਸ ਨੰਬਰ, ਕਲੀਅਰ, ਬੁੱਕ ਨੰਬਰ, क्लियर, और थर्ड वन आ जाता है ਤੁਹਾਡਾ कलेक्शन नंबर। थर्ड वन आ जाता अपना कलेक्शन नंबर। क्लियर बेटा जी, ਹੁਣ कॉल नंबर ਜਿਹੜੀ ਹੈ
प्रोवाइड किया जाता है किसी भी सब्जेक्ट को। जिवें लाइब्रेरी सब्जेक्ट का एक पर्टिकुलर नंबर है 2 ते मेडिसिन का आपां लगा के चलिए तो मेडिसिन को M नाम नाल जानिया जाता है। ते जियोलॉजी की गल करिए या आपां लॉ की गल करिए LAW लॉ जिहड़ा सब्जेक्ट है ਉਹਦੇ ਲਈ Z ਵਰਤਿਆ ਜਾਂਦਾ, ਉਸ ਦੇ ਲਈ ਕੀ ਵਰਤਿਆ ਜਾਂਦਾ Z। ਤੇ ਜੇ ਆਪਾਂ ਪੋਇਟਰੀ ਦੀ ਗੱਲ ਕਰੀਏ ਜਿਹੜੀ ਆਪਣੀ ਇੰਗਲਿਸ਼ ਪੋਇਟਰੀ ਦੀ ਗੱਲ ਕਰੀਏ ਤਾਂ ਉਸ ਦੇ ਲਈ P ਵਰਤਿਆ ਜਾਂਦਾ। ਤਾਂ ਅਲੱਗ-ਅਲੱਗ ਜਿਹੜੇ ਚੀਜ਼ਾਂ ਯੂਜ਼ ਹੁੰਦੀਆਂ ਨੇ ਉਹ ਜਿਹੜੇ ਕਲਾਸ ਨੰਬਰ ਹੁੰਦੇ ਨੇ ਉਹ ਕਲਾਸ ਨੂੰ ਇੱਕ ਪਾਰਟਿਕੂਲਰ ਨੰਬਰ ਦੇ ਦਿੱਤਾ ਜਾਂਦਾ ਹੈ, ਉਹ ਨੰਬਰ ਉਸਦਾ ਲਿਖਿਆ ਜਾਂਦਾ ਹੈ। ਉਸ ਤੋਂ ਬਾਅਦ ਆ ਜਾਂਦਾ ਬੇਟੇ ਬੁੱਕ ਨੰਬਰ। ਹੁਣ ਬੁੱਕ ਨੰਬਰ ਇੱਕੋ ਹੀ ਤਰ੍ਹਾਂ ਦੀਆਂ ਕਈ ਬੁੱਕਸ ਆਉਂਦੀਆਂ ਨੇ ਤਾਂ ਉਹ ਬੁੱਕਸ ਦੇ ਨਾਲ ਜਦੋਂ ਆਪਾਂ ਬੁੱਕ ਨੰਬਰ ਦੀ ਗੱਲ ਕਰਦੇ ਆ ਤਾਂ ਬੁੱਕ ਨੰਬਰ ਕੀ ਹੁੰਦਾ ਹੈ, ਬੁੱਕ ਨੰਬਰ ਦੇ ਵਿੱਚ ਪਹਿਲਾਂ ਤਾਂ ਰਾਈਟਰ ਦੇ 3 ਅਕਸ਼ਰ ਲੈ ਲਏ ਜਾਂਦੇ ਆ, ਉਸ ਰਾਈਟਰ ਦੇ 3 ਅਕਸ਼ਰ ਲੈ ਲਏ ਜਾਂਦੇ ਆ। ਉਸ ਤੋਂ ਬਾਅਦ ਹਾਈਫਨ ਪਾ ਕੇ ਜਿਹੜਾ ਟਾਈਟਲ ਹੈ ਟਾਈਟਲ ਦਾ ਫਰਸਟ ਅਕਸ਼ਰ ਲੈ ਲਿਆ ਜਾਂਦਾ ਹੈ। ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸਦੀ ਆ ਐਡਵਾਂਸ ਐਜੂਕੇਸ਼ਨ ਟੈਕਨੋਲੋਜੀ ਬਾਏ SK ਮੰਗਲ ਕਿ बुक का नाम दसे जिवें एडवांस एजुकेशन टेक्नोलॉजी बाय SK मंगल तो उसका बुक नंबर की बनेगा। जे मैं बुक का नाम लिखा, वेट फॉर अ मिनट, एडवांस एजुकेशनल टेक्नोलॉजी by SK मंगल। क्लियर? और ਇਹਦਾ बुक नंबर की बनेगा बेटे, बुक नंबर मुझे बनाइए तो पहला MAN 3 वर्ड्स लगाएंगे। बुक नंबर जो बनाना था MAN डैश एडवांस का A की आ जाएगा A की बन गए बेटे बुक नंबर। क्लियर? ਇਹ बुक नंबर जो है इसका बन चुका है। ते इस दे विच आपां होर एक गल करिए जे A एन द ਇਹ वर्ड्स ਜਿਹੜੇ ਨੇ ਉਹ ਨਹੀਂ ਲਏ ਜਾਂਦੇ। ਟਾਈਟਲ ਦੇ ਅੱਗੇ ਜੇਕਰ A ਐਨ ਦਾ ਲੱਗਿਆ ਹੋਇਆ ਤਾਂ ਅਸੀਂ ਉਸ ਨੂੰ ਨਹੀਂ ਲਵਾਂਗੇ। ਜਿਹੜਾ ਪਾਰਟਿਕੂਲਰ ਟਾਈਟਲ ਹੈ ਪਾਰਟਿਕੂਲਰ ਟਾਈਟਲ ਦਾ ਜਿਹੜਾ ਅਕਸ਼ਰ ਹੈ ਫਸਟ ਅਸੀਂ ਉਸੇ ਵਰਡ ਨੂੰ ਹੀ ਲੈ ਕੇ ਜਿਹੜਾ ਹੈ बुक नंबर ਦੇ ਵਿੱਚ ਐਡ ਕਰਾਂਗੇ। ਹੁਣ ਬੜੇ ਕਲੈਕਸ਼ਨ ਨੰਬਰ ਕੀ ਹੁੰਦਾ, ਹੁਣ ਜੇ ਕਲੈਕਸ਼ਨ ਨੰਬਰ ਦੀ ਜੇ ਗੱਲ ਕਰਾਂ ਮੈਂ ਤਾਂ ਕਲੈਕਸ਼ਨ ਨੰਬਰ ਦੇ ਵਿੱਚ ਬੇਟੇ ਆ ਜਾਂਦਾ ਸਾਡਾ ਟੈਕਸਟ ਬੁੱਕ। ਜੇ ਤਾਂ ਉਹ ਬੁੱਕ ਟੈਕਸਟ ਬੁੱਕ ਹੈ ਤਾਂ ਅਸੀਂ ਉਹਨੂੰ ਕੀ ਕਹਿ ਦਿੰਦੇ ਆ TX। ਜੇ ਬੇਟੇ ਉਹ ਰੈਫਰੈਂਸ ਬੁੱਕ ਹੈ ਰੈਫਰੈਂਸ ਬੁੱਕ, ਕਲੀਅਰ, ਤਾਂ ਅਸੀਂ ਉਸ ਨੂੰ R ਦੇ ਤੌਰ ਤੇ ਯੂਜ਼ ਕਰ ਲੈਂਦੇ ਹਾਂ ਕਿ ਇਹ ਇੱਕ ਰੈਫਰੈਂਸ ਬੁੱਕ ਹੈ। ਤੇ ਫਿਰ ਬੇਟੇ ਕਲਾਸ ਨੰਬਰ ਜਿਵੇਂ ਮੈਂ ਲਾਇਬ੍ਰੇਰੀ ਸਾਇੰਸ ਦਾ ਦੱਸਿਆ 2 ਹੁੰਦਾ ਤਾਂ ਇਸ ਨੂੰ ਮਿਲ ਕੇ ਜਦੋਂ ਇੱਕ ਨੰਬਰ ਬਣਦਾ ਤਾਂ ਅਸੀਂ ਉਸ ਨੂੰ ਕੀ ਕਹਿੰਦੇ ਹਾਂ ਕਾਲ ਨੰਬਰ। ਕਲੀਅਰ? ਇਹ ਜਿਹੜੀ ਸਾਰੀ ਚੀਜ਼ ਹੈ ਇੱਕ ਕਲਾਸੀਫਿਕੇਸ਼ਨ ਦੇ ਅੰਡਰ ਆਉਂਦੀ ਹੈ ਤੇ ਇਹ ਮੇਨ ਪਾਰਟ ਨਿਭਾਉਂਦੀ ਹੈ ਲਾਇਬ੍ਰੇਰੀ ਦੇ ਸਟਾਕ ਨੂੰ, ਲਾਇਬ੍ਰੇਰੀ ਦੇ ਮਟੀਰੀਅਲ ਨੂੰ ਸਿਸਟਮੈਟਿਕਲੀ ਰੱਖਣ ਦੇ ਲਈ। ਜਦੋਂ ਸਿਸਟਮੈਟਿਕਲੀ ਆਰਡਰ ਦੇ ਵਿੱਚ ਰੱਖਣਾ ਹੁੰਦਾ ਹੈ ਤਾਂ ਇਹ ਬਹੁਤ ਹੀ ਜ਼ਰੂਰੀ ਚੀਜ਼ ਹੈ। ਇੱਕ ਯੂਨੀਵਰਸਿਟੀ ਦੇ ਵਿੱਚ ਜਾਂ ਇੱਕ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਬਿਗ ਇੰਸਟੀਚਿਊਟਸ ਨੇ ਉਹਨਾਂ ਦੇ ਵਿੱਚ ਜਿਹੜੇ ਲਾਰਜ ਇੰਸਟੀਚਿਊਟਸ ਨੇ ਉਹਨਾਂ ਦੇ ਵਿੱਚ ਇਹ ਸਿਸਟਮ ਨੂੰ ਅਡਾਪਟ ਕੀਤਾ ਜਾਂਦਾ ਹੈ। ਵਿਦਆਊਟ ਇਸ ਦੇ ਜਿਹੜੀ ਲਾਇਬ੍ਰੇਰੀ ਹੈ ਉਹ ਤਹਿਸ ਨਹਿਸ ਹੋ ਜਾਂਦੀ ਹੈ, ਲਾਇਬ੍ਰੇਰੀ ਦਾ ਕੋਈ ਵਜੂਦ ਹੀ ਨਹੀਂ ਹੈ। ਠੀਕ ਹੈ ਬੇਟਾ ਜੀ। ਨੈਕਸਟ ਪੁਆਇੰਟ ਆਪਣਾ ਆ ਜਾਂਦਾ ਹੈ ਕੈਟਾਲੋਗ। नेक्स्ट थर्ड पॉइंट है अपना कैटलॉगिंग। ਹੁਣ कैटलॉगिंग ਦੇ ਵਿੱਚ ਕੀ ਹੁੰਦਾ ਬੇਟੇ, कैटलॉगिंग ਦੇ ਵਿੱਚ ਜ਼ਰੂਰੀ ਚੀਜ਼ ਇਹ ਹੁੰਦੀ ਹੈ ਕਿ ਇੱਕ ਕਾਰਡ ਬਣਾਏ ਜਾਂਦੇ ਨੇ, ਉਹਨਾਂ ਕਾਰਡਸ ਦੇ ਉੱਤੇ
ਕੀਤੀ ਜਾਂਦੀ ਹੈ। ਇਸ ਦਾ ਮੇਨ ਕੰਮ ਕੀ ਹੁੰਦਾ ਹੈ, ਕਾਰਡ ਨੂੰ ਕੰਪਲੀਟ ਕਰਨਾ, ਉਹ ਕਾਰਡ ਬਣਾਉਣਾ ਜਿਸ ਦੇ ਵਿੱਚ ਕਾਲ ਨੰਬਰ ਵੀ ਹੁੰਦਾ ਹੈ ਤੇ ਜਿਸ ਦੇ ਵਿੱਚ ਕਲਾਸੀਫਿਕੇਸ਼ਨ ਦਾ ਨੰਬਰ ਲੱਗ ਗਿਆ, ਉਸ ਤੋਂ ਬਾਅਦ ਟਾਈਟਲ, ਆਥਰ, ਪਬਲਿਸ਼ਰ, ਐਡੀਟਰ, ਟ੍ਰਾਂਸਲੇਟਰ, ਕਲੈਕਟਰ, ਜਿੰਨੇ ਵੀ ਚੀਜ਼ਾਂ ਉਹਦੀਆਂ ਹੁੰਦੀਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਮੈਂਸ਼ਨ ਕੀਤੀਆਂ ਜਾਂਦੀਆਂ ਨੇ। ਤੇ ਇਸ ਦੇ ਦੌਰਾਨ ਜਿਹੜੀ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਕਿਸ ਦੀ ਯੂਜ਼ ਹੁੰਦੀ ਹੈ, CCC and AC, CCC and AC, AACR, ACR2, AACR2 and CCC, ठीक है। ये दो जड़ियां स्कीम्स ने, स्कीम्स की जड़ी है वरतों की जाती है। इन्हां दोनों स्कीम्स की जड़ी वरतों की जाती है कैटालॉगिंग नूं बनाउण दे विच। ते कैटालॉगिंग की हेल्प करती है एक राइटर नूं, एक यूजर नूं जिहड़ा है इस तो पता लगता है कि बुक किहड़े शेल्फ ते किहड़ी अलमीरा च किन्ने नंबर ते पई है। ते एक लाइब्रेरियन का कैटालॉगिंग करन दा मेन मकसद यही हुंदा है कि उसनूं उस बुक नूं उसदी जगह दे उत्ते पहुंचा सके। जिवें क्लासिफिकेशन का मतलब ये हुंदा कि उसनूं सिस्टमैटिक ढंग दे सके, उसनूं अलग कर सके, वखरता करन लई। ते कैटालॉगिंग का पर्पज ये हुंदा कि बुक नूं उसदे प्लेस दे उत्ते, उसदी पर्टिकुलर जिहड़ी एक स्थान है ਉਹ ਉੱਥੇ ਪਹੁੰਚਾ ਸਕੇ। ਔਰ ਸੈਕੰਡਲੀ ਗੱਲ ਇਹ ਹੈ ਕਿ ਬੇਟੇ ਜਦੋਂ ਕੈਟਾਲੌਗਿੰਗ ਕੀਤੀ ਜਾਂਦੀ ਹੈ ਨਾਲ ਨਾਲ ਇਹ ਵੀ ਦੇਖਿਆ ਜਾਂਦਾ ਕਿ ਉਸ ਕੈਟਾਲੌਗਿੰਗ ਕਈ ਵਾਰ ਕੀ ਹੁੰਦਾ ਹੈ ਕਿ ਸੇਮ ਬੁੱਕ ਨਾਲ ਦੀਆਂ ਕਈ ਬੁੱਕਸ ਜਿਹੜੀਆਂ ਨੇ ਉਹ ਲਾਇਬ੍ਰੇਰੀ ਦੇ ਵਿੱਚ ਆਲਰੇਡੀ ਅਵੇਲੇਬਲ ਹੁੰਦੀਆਂ ਨੇ, ਤਾਂ ਉਸ ਦੇ ਨਾਲ ਰੱਖਣ ਦੇ ਵਿੱਚ ਜਿਹੜਾ ਸਾਨੂੰ ਹੈਲਪ ਮਿਲ ਜਾਂਦਾ ਹੈ ਕਿ ਇੱਕ ਬੁੱਕ ਦੇ ਨਾਲ ਅਸੀਂ ਇਸੇ ਤਰ੍ਹਾਂ ਦੀਆਂ 10 ਬੁੱਕਸ ਜਿਹੜੀਆਂ ਉਹ ਹੋਰ ਉੱਥੇ ਹੀ ਸੈਟਲਡ ਕਰ ਦਿੰਦੇ ਆ। ਤਾਂ ਇਹ ਕੈਟਾਲੌਗਿੰਗ ਇਸ ਦੇ ਵਿੱਚ ਇੱਕ ਆਪਣਾ ਇਹ ਅਹਿਮ ਰੋਲ ਨਿਭਾਉਂਦੀ ਹੈ। फिर उस तो बाद आ जाता बेटे फोर्थ पॉइंट की जे गल करिए ਆਪਾਂ, फोर्थ पॉइंट की गल करिए फिलिंग ऑफ कार्ड्स। फोर्थ पॉइंट है फिलिंग ऑफ कार्ड्स। क्लियर। ਹੁਣ कार्ड्स ਨੂੰ ਅਸੀਂ ਜਦੋਂ ਫਿਲ ਕਿਵੇਂ ਕਰਦੇ ਹਾਂ, ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸੇ ਕਿ कार्ड्स ਹੁੰਦੇ ਨੇ, ਪੰਚਿੰਗ कार्ड्स ਹੁੰਦੇ ਨੇ ਜਿਨ੍ਹਾਂ ਦੇ ਨੀਚੇ ਹੋਲ ਹੁੰਦਾ ਹੈ, ਜਿਨ੍ਹਾਂ ਦੇ ਨੀਚੇ ਹੋਲ ਬਣਿਆ ਹੁੰਦਾ ਹੈ। ਇੱਕ ਹਾਰਡ ਪੇਪਰ ਦੇ ਬਣੇ ਹੋਏ कार्ड ਹੁੰਦੇ ਨੇ। ਕੁਝ ਇਹਨਾਂ ਦੀ कार्ड ਦਾ ਮੈਂ ਤੁਹਾਨੂੰ ਇੱਕ ਨਮੂਨਾ ਤੁਹਾਨੂੰ ਜਿਹੜਾ ਦਿਖਾਉਣੀ ਆ। ਇਸ ਦੇ ਵਿੱਚ ਪਾਰਟਿਕੂਲਰ ਬਾਕਸ ਬਣਿਆ ਹੁੰਦਾ ਹੈ, ਇਦਾਂ ਲਾਈਨਾਂ ਬਣੀਆਂ ਹੁੰਦੀਆਂ ਨੇ, ठीक है जी। नीचे एक होल हुंदा है, क्लियर। तो इस दे विच ही जड़ी है सारी डिटेल जो है मेंशन हुंदी है ऑथर दी, ऑथर फिर टाइटल फिर पब्लिशर एडिशन, ये सारा कुछ जड़ा है सीरियल ऑर्डर दे विच जेड़ा सिस्टमैटिक वे नाल चाहे तो CCC मैं दस्सिया ना तुहानू CCC या AACR2 ये जड़ी है इस सिस्टम के द्वारा इस स्कीम्स के द्वारा जड़ियां ने इस कार्ड को फिल किया जाता है। तो इस कार्ड को फिल करने के लिए भी एक टेक्निकल पर्सन की लोड़ होती है, जोड़ा ट्रेन पर्सन है। सिर्फ वही पर्सन जोड़ा है इस कार्ड को प्रिपेयर कर सकता है, कोई थर्ड पार्टी इसको नहीं कर सकता। तो ये भी जड़े टेक्निकल सैक्शन का एक काम होता है। और सेम एज इट इज ये नाल दा ही छोटा जिहा एक कार्ड बनता है, उस दे उत्ते भी प्रिंटिंग होती है टाइटल दी, मतलब उस ते लिखा होता ऑथर टाइटल ते एडिशन। तो उस दे उत्ते भी जड़ा वो कार्ड नोटिस छपाया जाता है। जिवें मैं तुहानू दस्सिया सी जो प्रिपरेशन ऑफ बुक्स होंदी है ना, तो बुक दे कवर पेज दे उत्ते एक पॉकेट लग जाती है। तो उस पॉकेट दे विच जड़ा है कार्ड एक छोटा जिहा जड़ा कार्ड बनता है वो भी उस पॉकेट दे विच पा दिता जाता है। तो वो की हुंदा है जिवें नवीं यूनिवर्सिटी सिस्टम की तुहानू गल दस रही है। यूनिवर्सिटी सिस्टम के विच की हुंदा है कि तुहानू कुछ टिकट्स अलाउड हो जांदियां ने, और टिकट्स अलाउड होंदियां ने किसी हर एक डिपार्टमेंट दी अलग अलग टिकट्स दित्तियां जांदियां ने। किसी नूं 3 टिकट्स अलाउड ने, किसी नूं 4, किसी नूं 5, किसी नूं 6। तो जिस तरीके नाल टिकट्स तो की कीता जांदा है, जदों कोई बच्चा बुक इशू करवाउणा आउंदा है तो उसदी वो टिकट लैके आउंदा, उसदी वो टिकट दे नाल जिहड़ा बुक दे
आएगी। और उस उत्ते एक पेज भी लगे हुआ है। टेक्निकल सेक्शन का एक और भी काम है कि जिहड़ा कवर पेज है ना, कवर पेज की बैक साइड के उत्ते, कवर पेज की बैक साइड के उत्ते एक पेज लगा दिता जाता है। कवर साइड उस दे उत्ते की हुंदा है इशू और रिटर्न के जिहड़े दो कॉलम बनाए होंगे ने कि इशू इस तरीक नूं हो रही है तो 15 डेज या 10 डेज या 20 डेज या 1 मंथ जिन्ना भी एक लाइब्रेरी का अपना टाइम पीरियड रखा होंगे कितने टाइम में इसी बुक्स को इशू करना है तो उस टाइम की टाइमिंग्स नूं पा के वो डेट जिहड़ी है वो मेंशन कर दी जाती है। ये फिलिंग ऑफ कार्ड्स का जिहड़ा है वो टेक्निकल सेक्शन का जिहड़ा निभाया जाता है रोल, ये रोल जिहड़ा है काम करता है। तो उस तो बाद जे आपां करिए उस तो बाद जे गल करिए तो जिहड़े कार्ड्स नूं कार्ड दी अरेंजमेंट है, कार्ड दी अरेंजमेंट किस तरीके नाल हुंदी है बेटे वो भी टू टाइप्स नाल। एक तो अल्फाबेटिकली कह लो, अल्फाबेटिकली या फिर जे अल्फाबेटिकली पर नहीं भी लिखते तो उसको की लिखा जाता है डिक्शनरी वाइज, डिक्शनरी वाइज और सब्जेक्ट वाइज। जिहड़े कार्ड्स को अरेंज किया जाता है तो दो मेथड्स नाल जिहड़ा है अरेंज किया जाता है, या तो डिक्शनरी वाइज अरेंज किया यानी कि ABCD के अकॉर्डिंगली, या फिर सब्जेक्ट वाइज यानी कि पहला लाइब्रेरी साइंस दिया, फिर हिस्ट्री दिया, फिर साइंस दिया, फिर मैथ्स दिया। जिस तरीके नाल एक लाइब्रेरी का अपना शेड्यूल हुंदा है उस शेड्यूल के अकॉर्डिंगली उसने अरेंज करना हुंदा है बुक्स को। ठीक है बेटा जी, ये सीगा फिलिंग ऑफ कार्ड्स। तो नेक्स्ट पॉइंट जिहड़ा अपना आंदा है प्रिपेयर द लिस्ट ऑफ न्यू अराइवल्स, प्रिपेयर द लिस्ट ऑफ न्यू अराइवल। The list of new arrivals। ਜਿਹੜੇ न्यू अराइवल्स ने ਜਿਹੜੇ ਨਵੀਆਂ ਸਾਡੇ ਕੋਲੇ ਬੁక్స్ ਆਈਆਂ ਨੇ ਯੂਜ਼ਰਸ ਤੱਕ ਉਹਨਾਂ ਦੇ ਮੈਸੇਜ ਨੂੰ ਕਨਵੇ ਕਰਨਾ ਕਿ ਜਿਹੜੀਆਂ ਬੁక్స్ ਨੇ ਲਾਇਬ੍ਰੇਰੀ ਵਿੱਚ ਅਵੇਲੇਬਲ ਨੇ ਤਾਂ ਉਸ ਦੇ ਲਈ ਜਿਹੜੀ ਇੱਕ ਲਿਸਟ प्रिपेयर की जाती है और उस लिस्ट ਨੂੰ ਜਿਹੜਾ ਹੈ अपने शो बोर्ड ਦੇ ਉੱਤੇ ਲਗਾਇਆ ਜਾਂਦਾ ਹੈ। ਜਿਹੜਾ ਆਪਣਾ ਬਾਹਰ बोर्ड ਲੱਗਿਆ ਹੁੰਦਾ ਹੈ उस बोर्ड ਦੇ ਉੱਤੇ ਉਸ ਨੂੰ ਸ਼ੋ ਕੀਤਾ ਜਾਂਦਾ ਹੈ जिसको आप बुलेटिन बोर्ड भी बोल देते हैं, न्यूज़ बुलेटिन बोर्ड भी कह देते हैं या इंफॉर्मेशन बोर्ड भी कह देते हैं। तो उस बोर्ड के उत्ते जिहड़े न्यू अराइवल्स ने साडे उन्हां नूं मेंशन करके दिता जाता है, लिस्ट बना के छोड़ दी जाती है ताकि जिहड़े यूजर्स ने या रीडर ने वो अपने जिहड़ी उन्हां दी डिमांड सी उस नूं चेक कर सकन कि वो बुक्स जिहड़ियां ने अवेलेबल हैं या होर जिहड़े नवे बंदे जुड़ रहे ने उन्हां नूं जिहड़ियां नवीं बुक्स है उस दे बारे लाइब्रेरी विच आने वाली नवीं बुक्स के बारे पता लग सके। तो लिस्ट जिहड़ी है प्रिपेयर की जाती है तो उसको जिहड़ा है नोटिस बोर्ड के उत्ते लगाया जाता है। नोटिस बोर्ड के उत्ते नोटिस छोड़ दिया जाता है कि साडियां बुक्स जिहड़ियां नवीं ने आ चुकियां ने। ठीक है बेटा जी, जे 6 की गल करिए तो डिस्प्ले ऑफ न्यू अराइवल्स, पहला लिस्ट सी हुण डिस्प्ले आ गई, डिस्प्ले ऑफ न्यू अराइवल्स। डिस्प्ले किस तरीके नाल हुंदा बेटे, जे डिस्प्ले की गल करिए न्यू अराइवल्स की तो की हुंदा है जेड़ी बुक आई है उस बुक दा फर्स्ट पेज जिहड़ा है कवर पेज जिहड़ा है उसकी फोटोकॉपी कर ली जाती है तो उस फर्स्ट कवर नूं उत्थे शो किया जाता है, उसनूं डिस्प्ले बोर्ड दे विच जिहड़ा है शो कर दिता जाता है कवर्स नूं कि ये जिहड़ियां बुक्स ने लाइब्रेरी दे विच अवेलेबल ने। ठीक है, मोस्ट ऑफ द टाइम की किया जाता है मोस्टली जिहड़े जर्नल्स ते पीरियोडिकल्स ने उन्हां दी इस चीज़ नूं शो किया जाता है, उन्हां दे लई स्पेशली कवर पेज नूं जिहड़ा है प्रिंट आउट करवा के फोटो स्टेट करवा के जिहड़ा है वो लगा दिता जाता है या एक बक्से वांगू एक पूरा बक्सा तैयार कर लिया जाता है, एक ढांचा तैयार कर लिया जाता है जिस दे विच पर्टिकुलर अपनी पॉकेट्स बड़ियां होंदियां ने ते जिस दे विच जिहड़े ने अपने लगाए हुंदे ने जर्नल्स लगाए हुंदे ने पीरियोडिकल्स लगाए हुंदे ने जिहदे राहीं दूसरे पर्सन नूं जिहड़ी है वो नॉलेज मिलती है। और जे
जे कोई पर्सन बाहरों नवा आउंदा है लाइब्रेरी दे विच विदाउट इंस्टीट्यूट आउंदा है तो ऑटोमैटिकली की है जो जर्नल्स सामने पे होंदे ने लगे होंदे ने तो की हुंदा कि वो उसनु खोल के देखता है तो उसका इंटरेस्ट भी कई बार जिहड़ा है वो डिवेलप हो जाता है। तो यही टेक्निकल सैक्शन दे विच जिहड़ियां ये चीज़ां बहुत ज़्यादा जरूरी सी। ठीक है बेटे, ये टेक्निकल सैक्शन जिहड़ा तुहाडा है इत्थे ही कंप्लीट हुंदा है। तो मैं तुहानूं इसदी कंक्लूजन की गल करिए तो टेक्निकल सैक्शन जिहड़ा है ये भी एक लाइब्रेरी के धुरे का काम करता है। एक्सेशनिंग तो बाद सब तो जरूरी हिस्सा इसका आ जाता है। ये की करता है मैं तुहानूं ऑलरेडी दस चुकी हाँ। सब तो पहला ही क्लासिफिकेशन की गल करता है। क्लासिफिकेशन करके बुक्स को अड करता है। ਜਿਹੜੀਆਂ ਲਾਅ ਦੀਆਂ ਬੁੱਕਸ ਆ ਉਹਨਾਂ ਨੂੰ ਅਲੱਗ, ਬੀਐਡ ਦੀਆਂ ਬੁੱਕਸ ਅੱਡ, ਆਪਣੀਆਂ ਫਾਰਮੇਸੀ ਦੀਆਂ ਬੁੱਕਸ ਅੱਡ, ਐਜੂਕੇਸ਼ਨ ਪਾਰਟ ਦੀਆਂ ਅੱਡ, ਮਕੈਨੀਕਲ ਦੀਆਂ ਬੁੱਕਸ ਨੂੰ ਅਲੱਗ, ਮਤਲਬ ਡਿਫਰੈਂਟ ਕਰਨਾ ਹੁੰਦਾ ਜਦੋਂ ਬੁੱਕਸ ਨੂੰ। ਤਾਂ ਕਲਾਸੀਫਿਕੇਸ਼ਨ ਦਾ ਜਿਹੜਾ ਹੈ ਰੋਲ ਨਿਭਾਇਆ ਜਾਂਦਾ ਹੈ, ਕਲਾਸੀਫਿਕੇਸ਼ਨ ਕੀਤੀ ਜਾਂਦੀ ਹੈ, ਉਹ ਟੈਕਨੀਕਲ ਸੈਕਸ਼ਨ ਦੇ ਵਿੱਚ ਹੀ ਆਉਂਦਾ ਹੈ। ਤੇ ਸੈਕਿੰਡ ਪਾਰਟ ਜਿਹੜਾ ਹੈ ਆਪਾਂ ਕੈਟਾਲੋਗਿੰਗ ਕੀਤੀ ਸੀ। ਜਿਹੜੀ ਕੈਟਾਲੋਗਿੰਗ ਹੈ ਉਹ ਕੈਟਾਲੋਗਿੰਗ ਦੇ ਰਾਹੀਂ ਕੀ ਹੁੰਦਾ ਹੈ ਕਿ ਬੁੱਕਸ ਨੂੰ ਉਹਨਾਂ ਦੀ ਥਾਂ ਤੇ ਪਹੁੰਚਾਇਆ ਜਾਂਦਾ ਹੈ। ਇੱਕ ਯੂਜ਼ਰ ਦੇ ਲਈ ਕਾਰਡ ਫਿਲ ਕੀਤੇ ਜਾਂਦੇ ਨੇ, ਕਾਰਡ ਬਣਾਏ ਜਾਂਦੇ ਨੇ ਤਾਂ ਜਿਹੜੀ ਉੱਥੇ ਉਹਨਾਂ ਨੂੰ ਬੁੱਕਸ ਦੀ ਜਿਹੜੀ ਹੈ ਅਵੇਲੇਬਿਲਿਟੀ ਈਜ਼ੀ ਹੋ ਸਕੇ। ਜਿਹੜੀ ਬੁੱਕ ਹੈ ਬੜੀ ਈਜ਼ੀਲੀ ਇੱਕ ਯੂਜ਼ਰ ਨੂੰ ਜੋ ਹੈ ਪ੍ਰੋਵਾਈਡ ਹੋ ਸਕੇ। ਔਰ ਇੱਕ ਲਾइब्रेरियन भी दोबारा जो इशू करता है रिटर्न आती है तो उसके लिए भी एक ईजी हो जाता है कि बुक कित्थे सीगी, कित्थे इसमें असीं रखना है, उसनों उसके पर्टिकुलर प्लेस के उत्ते पहुंचाने दे विच भी जिहड़ा है कैटालॉगिंग अपना रोल निभाउंदी है। थर्डली उस तो बाद कार्ड बनाए जाते हैं। कार्ड फिल करके जिहड़ी नॉलेज नाल दी नाल मिलदी है कि इक्को ही राइटर दे कितने ज़्यादा टाइटल्स ने, मतलब एक राइटर ने कितनियां बुक्स लिखियां ने या एक टाइटल दी ही कितनियां बुक्स ने, एक टाइटल ਨੂੰ किन्ने ही लोग जड़े ने, मतलब किन्ने ही राइटर लिखण वाले ने, एक सब्जेक्ट ਨੂੰ लिखण वाले किन्ने ज़्यादा राइटर ने, एक टॉपिक ਨੂੰ लिखण वाले किन्ने ज़्यादा राइटर ने, वो भी सारा जड़ा है कैटालॉगिंग के थ्रू क्लियर हो जाता है। ठीक है जी। थर्डली कैटालॉगिंग के बाद फिलिंग कार्ड फिलिंग करन तो बाद वो जड़ा है पता लग जाता है। तो उस तो बाद नेक्स्ट टॉपिक की गल करिए जड़ा अपना न्यू अराइवल्स की लिस्ट है ਜਿਹੜੀਆਂ पर्टिकुलर लिस्ट बन जाती है नवीं ਜਿਹੜੇ भी ਸਾਡੇ ਕੋਲ मटीरियल प्रोवाइड होया ਸਾਨੂੰ, चाहे ये बुक्स ने, चाहे वो जर्नल ने, चाहे वो मैगजीन्स ने या करंट अफेयर्स ने या जिन्ना भी मटीरियल है ਅਸੀਂ जिन्ना भी मटीरियल प्राप्त करते हैं ਉਹਨਾਂ ਦੀ पर्टिकुलर लिस्ट बन जाती है। ਤੇ नोटिस बोर्ड ਦੇ ਉੱਤੇ ਉਹ लिस्ट ਜਿਹੜੀ ਹੈ ਫਿਕਸ ਕਰ ਦਿੱਤੀ ਜਾਂਦੀ ਹੈ ਤਾਂ ਜੋ ਉਹ ਬੱਚਿਆਂ ਨੂੰ ਜਾਂ ਯੂਜ਼ਰ ਨੂੰ ਜਾਂ ਰੀਡਰਸ ਨੂੰ ਹੈ प्रॉपर पता लग सके कि ਜਿਹੜੇ बुक्स ने आ चुकी ने। और नैक्सट जो पॉइंट की उन्होंने डिस्पले करवा दी जाती है, उन्होंने शो होंगी है कि जोड़े साढ़े को डॉक्यूमेंट्स ने या जर्नल्स ने या मैगजीन ने या बुक्स ने जोड़ा सानू मटीरियल है वो लाइब्रेरी के पहुँच चुका है। तो बेटे इस ही सैक्शन अपना कंप्लीट होता है। नैक्सट लैक्चर के नेक्स्ट सैक्शन को डील करेंगे। थैंक यू एंड हैव अ नाइस